ਚੰਡੀਗੜ੍ਹ ਦੇ ਵਿੱਚ ਕੁਝ ਦਿਨ ਪਹਿਲਾਂ ਸੈਕਟਰ 33 ਦੇ ਵਿੱਚ ਸ਼ਰਾਬ ਵਪਾਰੀ ਦੇ ਘਰ ਤੇ ਫਾਇਰਿੰਗ ਹੁੰਦੀ ਹੈ। ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਇੱਕ ਮਾਹੌਲ ਬੇहद ਤਣਾਅਪੂਰਨ ਬਣਦਾ ਹੈ। ਪੁਲਿਸ ਮੌਕੇ ਤੇ ਪਹੁੰਚ ਕੇ ਜਿੱਥੇ ਗੋਲੀਆਂ ਚੱਲੀਆਂ ਹੋਈਆਂ ਦੇ ਖਾਲੀ ਕਾਰਤੂਸ ਬਰਾਮਦ ਕਰਕੇ ਉਹਨਾਂ ਦੀ ਜੇ ਕਹੀਏ ਫੋਰੈਂਸਿਕ ਜਾਂਚ ਲਈ ਭੇਜਦੀ ਹੈ ਤਾਂ ਨਾਲੋਂ ਨਾਲ ਐਸਐਸਪੀ ਵੀ ਮੌਕੇ ਤੇ ਪਹੁੰਚ ਕੇ ਪੂਰੀ ਜਾਂਚ ਨੂੰ ਦੇ ਦੀ ਹੈ, ਕਿਉਂਕਿ ਬੇहद ਗੰਭੀਰ ਗੱਲ ਸੀ ਕਿ ਆਖਿਰਕਾਰ ਸ਼ਾਮ ਦੇ ਸਮੇਂ ਦੇ ਵਿੱਚ ਇੱਕ ਸ਼ਰਾਬ ਵਪਾਰੀ ਦੇ ਘਰ ਦੇ ਹਮਲਾ ਹੁੰਦਾ ਹੈ ਤੇ ਅੰਧਾਧੁੰਦ ਗੋਲੀਆਂ ਜਿਹੜੀਆਂ ਚਲਾਈਆਂ ਜਾਂਦੀਆਂ। ਹਾਲਾਂਕਿ ਸ਼ਰਾਬ ਵਪਾਰੀ ਉਹਦੇ ਵਿੱਚ ਬਚ ਜਾਂਦਾ, ਕਿਸੇ ਤਰ੍ਹਾਂ ਦਾ ਨੁਕਸਾਨ ਜਾਨੀ ਨਹੀਂ ਹੁੰਦਾ ਹੈਗਾ। ਹੁਣ ਜਿਹੜੀਆਂ ਇਹਦੇ ਵਿੱਚ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਚੱਲੀਆਂ ਨੇ। ਹਾਲਾਂਕਿ ਕਈ ਦਿਨ ਤੋਂ ਇਹ ਪੂਰਾ ਸਿਲਸਿਲਾ ਚੱਲ ਰਿਹਾ ਸੀਗਾ ਕਿ ਕਿੰਨੇ ਲੋਕ ਗ੍ਰਿਫਤਾਰ ਹੋਏ, ਕਿਉਂਕਿ ਪੁਲਿਸ ਇੱਕ ਲੰਬੀ ਜਾਂਚ ਦੇ ਵਿੱਚ ਪਈ ਹੋਈ ਸੀ। ਹੁਣ ਜਿਹੜੇ ਲਿੰਕ ਨਿਕਲ ਕੇ ਸਾਹਮਣੇ ਆ ਰਹੇ ਨੇ ਉਹ ਲਾਰੈਂਸ ਬਿਸ਼ਨੋਈ ਨਾਲ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਇਹ ਜਿਹੜੇ ਗਰੁੱਪ ਕੰਮ ਕਰਦੇ ਸੀਗੇ ਉਹ ਲਾਰੈਂਸ ਬਿਸ਼ਨੋਈ ਦੇ ਇਸ਼ਾਰਿਆਂ ਤੇ ਕਹੀਏ ਜਾਂ ਫਿਰ ਉਹਦੇ ਨਾਲ ਸਾਂਝੇ ਤੌਰ ਤੇ ਗੱਲਬਾਤ ਕਰਨ ਤੋਂ ਬਾਅਦ ਆਪਦੇ ਨਿਸ਼ਾਨੇ ਚੁਣਦੇ ਸੀ। ਮਕਸਦ ਸਿੱਧਾ ਸੀਗਾ, ਦਹਿਸ਼ਤ ਫੈਲਾਉਣਾ ਤੇ ਉਸ ਤੋਂ ਬਾਅਦ ਪੈਸੇ ਇਕੱਠੇ ਕਰਨਾ। ਅਸੀਂ ਸੈਕਟਰ 34 ਦੇ ਵਿੱਚ ਖੜੇ ਹੈਗੇ ਪੁਲਿਸ ਸਟੇਸ਼ਨ ਤੇ ਤੁਸੀਂ ਦੇਖੋ ਕਿ ਅੱਜ ਜਿਹੜੇ ਨੇਗੇ 3 ਆਰੋਪੀ ਦਿਖਾਏ ਨੇ ਪੁਲਿਸ ਨੇ, 3 ਲੋਕ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੂੰ ਹਾਲਾਂਕਿ ਸ਼ੂਟਰ ਤਾਂ ਨਹੀਂ ਕਹਿ ਸਕਦੇ, ਪਰ ਇਹ ਜ਼ਰੂਰ ਹੈ ਇਸ ਪੂਰੇ ਮਾਮਲੇ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਕਿ ਮਦਦ ਕਰ ਰਹੇ ਸੀ, ਚਾਹੇ ਪਿਸਟਲਾਂ ਦੇਣ ਦੇ ਵਿੱਚ, ਚਾਹੇ ਉਹਨਾਂ ਨੂੰ ਰੋਟੀ ਖਵਾਉਣ ਤੱਕ ਦੀ ਗੱਲ ਹੋਵੇ ਜਾਂ ਫਿਰ ਉਹਨਾਂ ਨੂੰ ਵਾਰਦਾਤ ਤੋਂ ਬਾਅਦ ਜਿਹੜਾ ਕਿ ਪਨਾਹ ਦੇਣ ਦੀ ਗੱਲ ਹੋਵੇ। ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਜੇ ਕਿਹਾ ਜਾਵੇ ਕਿ ਗ੍ਰਿਫਤਾਰੀ ਹੋਈ ਹੈਗੀ ਆ, ਉਹਨਾਂ ਗ੍ਰਿਫਤਾਰੀਆਂ ਦੇ ਵਿੱਚ ਇਹ ਪੂਰੀ ਜਾਂਚ ਦੇ ਦੌਰਾਨ ਨਿਕਲ ਕੇ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਪੂਰਾ ਨੈਟਵਰਕ ਹੈ ਜਿਹੜਾ ਉਹ ਚੱਲ ਰਿਹਾ ਸੀ। ਗੁਰਸੇਵਕ ਉਰਫ ਸੇਵਕ ਨੂੰ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਤੇ ਉਹਦੀ ਜਿਹੜੀ ਆਪਦੀ ਨਿੱਜੀ ਕਾਰ ਸੀ ਉਹ ਵੀ ਪੁਲਿਸ ਨੇ ਸੀਜ਼ ਕੀਤੀ ਸੀ ਇਸ ਪੂਰੇ ਮਾਮਲੇ ਦੇ ਵਿੱਚ। ਤੇ ਅੱਗੋਂ ਜਦੋਂ ਪੂਰੀ ਜੇ ਕਹੀਏ ਕਿ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਕਿ ਆਖਿਰਕਾਰ ਕੌਣ-ਕੌਣ ਲੋਕ ਹੋਰ ਇਹਦੇ ਵਿੱਚ ਸ਼ਾਮਲ ਸੀਗੇ। ਇਹਦੇ ਵਿੱਚ ਜਿਹੜੇ 3 ਆਰੋਪੀ ਹੁਣ ਫੜੇ ਗਏ ਨੇ, ਸ਼ਿਵ ਵਰਮਾ, ਪਰਮਦਰਤ ਉਰਫ ਲੱਕੀ, ਸਾਹਿਬ ਸਿੰਘ ਸਾਬਾ, ਇਹ 3 ਆਰੋਪੀ ਉਹ ਨੇ ਜਿਹੜੇ ਕਿ ਹੋਰਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸੀ, ਯਾਨੀ ਕਿ ਇਹ ਪਨਾਹ ਦੇਣ ਦਾ ਕੰਮ ਕਰਦੇ ਸੀਗੇ। ਸਭ ਤੋਂ ਵੱਡੀ ਦੇਖਿਆ ਜਾਵੇ ਕਿ ਜਦੋਂ ਜਿਹੜੇ 3 ਸ਼ੂਟਰ ਹਜੇ ਫਰਾਰ ਨੇਗੇ, ਉਹਨਾਂ ਦੀ ਪੁਲਿਸ ਭਾਲ ਕਰ ਰਹੀ ਆ, ਤਾਂ ਇਹਨਾਂ ਦੇ ਕੋਲੋਂ ਹੀ ਤੁਸੀਂ ਇਹ ਸਭ ਤੋਂ ਵੱਡੀ ਗੱਲ ਦੇਖੋ ਕਿ ਜਿਸ ਤਰ੍ਹਾਂ ਦੇ ਨਾਲ ਇਹ ਪਨਾਹ ਦੇ ਰਹੇ ਸੀ, ਉਹਨਾਂ ਨੂੰ ਰੋਟੀ ਪਾਣੀ ਖਵਾ ਰਹੇ ਸੀਗੇ, ਤਾਂ ਇਹੀ ਉਹ 3 ਸ਼ਖਸ ਨੇ ਜਿਨ੍ਹਾਂ ਨੇ ਪੂਰੇ ਇੱਕ ਐਪੀਸੋਡ ਦੇ ਦੌਰਾਨ ਕਹੀਏ ਰੈਕੀਆਂ ਵੀ ਕੀਤੀਆਂ। ਰੈਕੀਆਂ ਕਰਨ ਤੋਂ ਬਾਅਦ ਪੂਰੀ ਜਾਣਕਾਰੀ ਉਹਨਾਂ ਨੂੰ ਮੁਹੱਈਆ ਕਰਾ ਕੇ ਦਿੱਤੀ, ਯਾਨੀ ਕਿ ਇਹਨਾਂ ਨੇ ਆਪ ਗੋਲੀਆਂ ਨਹੀਂ ਚਲਾਈਆਂ ਬਲਕਿ ਮਦਦ ਕੀਤੀ ਇੱਕ ਪੂਰੇ ਸਿਸਟਮ ਨੂੰ ਚਲਾਉਣ ਦੇ ਵਿੱਚ। ਤੁਸੀਂ ਆਪ ਦੇਖੋ ਕਿ ਇਹ ਜਿਹੜੇ 3 ਲੋਕ ਹੁਣ ਪੁਲਿਸ ਦੀ ਗ੍ਰਿਫਤ 'ਚ ਦਿਖਾਈ ਦੇ ਰਹੇ ਨੇ, ਇਹਨਾਂ ਦੇ ਉੱਤੇ ਇਹੀ ਸੰਗੀਨ ਆਰੋਪ ਹੈ ਜੋ ਪੁਲਿਸ ਦੀ ਜਾਂਚ ਦੇ ਵਿੱਚ ਹੁਣ ਤੱਕ ਨਿਕਲ ਕੇ ਸਾਹਮਣੇ ਆਇਆ। ਪੂਰੇ ਨੈਟਵਰਕ ਦੀ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ ਜਿਹੜੇ, ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ 5 ਲੋਕ ਗ੍ਰਿਫਤਾਰ ਹੋ ਚੁੱਕੇ ਨੇ। ਕੁਲਵਿੰਦਰ ਸਿੰਘ ਨੂੰ ਵੀ ਇਹ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ, ਜਿਹੜਾ ਕਿ ਆਰੋਪੀਆਂ ਨੂੰ ਪਨਾਹ ਦਿੰਦਾ ਸੀਗਾ। ਇਹਦਾ ਵੀ ਕੰਮ ਇਹੀ ਸੀਗਾ ਜਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਆਰੋਪੀ 3 ਪਕੜੇ ਗਏ ਨੇ, ਇਹਨਾਂ ਦੇ ਕੋਲੋਂ ਇੱਕ ਪਿਸਟਲ 3 ਦੇ ਕੋਲੋਂ ਪਕੜੀ ਗਈ ਹੈ, ਯਾਨੀ ਕਿ 3 ਪਿਸਟਲਾਂ ਪਕੜੀਆਂ ਗਈਆਂ ਨੇ, ਨਾਲ ਹੀ ਜਿੰਦਾ ਕਾਰਤੂਸ ਫੜੇ ਗਏ ਨੇ ਇਹਨਾਂ ਦੇ ਕੋਲੋਂ। ਹੁਣ ਜੇ ਗੱਲ ਕੀਤੀ ਜਾਵੇ ਕਿ ਇਹ ਨੈਟਵਰਕ ਚਲਾਇਆ ਕਿਉਂ ਜਾ ਰਿਹਾ ਸੀ, ਦੀਪਕ ਬਨੂੜ ਕਰਕੇ ਇੱਕ ਜਿਹੜਾ ਆਰੋਪੀ ਹੈਗਾ ਉਹ ਹਰਿਆਣਾ ਦੀ ਅੰਬਾਲਾ ਜੇਲ੍ਹ ਦੇ ਵਿੱਚ ਬੰਦ ਹੈ। ਪੁਲਿਸ ਨੇ ਜਦੋਂ ਇਸ ਪੂਰੀ ਜਾਂਚ ਨੂੰ ਖੰਗਾਲਿਆ, ਸੀਸੀਟੀਵੀ ਫੁਟੇਜ ਵੀ ਖੰਗਾਲੀਆਂ ਸੀ, ਉਹ ਕਾਰ ਵੀ ਜਿਹੜੀ ਆਈਕੋਨ ਆ ਉਹ ਬਰਾਮਦ ਕਰ ਲਈ ਗਈ ਹੈ ਜਿਹੜੀ ਸੀਸੀਟੀਵੀ ਫੁਟੇਜ ਸਭ ਤੋਂ ਪਹਿਲਾਂ ਆਈ ਸੀ। ਤਾਂ ਪੁਲਿਸ ਨੇ ਇਹ ਦੇਖਿਆ ਕਿ ਆਖਿਰਕਾਰ ਨੈਟਵਰਕ ਦੇ ਵਿੱਚ ਇੱਛਾ ਕੀ ਹੁੰਦੀ ਹੈ, ਕਿਉਂਕਿ ਜਦੋਂ ਵੀ ਕੋਈ ਅਪਰਾਧ ਹੁੰਦਾ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਆਖਿਰਕਾਰ ਕਿਉਂ ਕੀਤਾ ਜਾ ਰਿਹਾ ਹੈ, ਕੌਣ ਕਰਵਾ ਰਿਹਾ ਹੈ, ਕੀ ਮਕਸਦ ਹੈ। ਇਹਨਾਂ 3 ਮਕਸਦਾਂ ਦੇ ਵਿੱਚ ਦੇਖਿਆ ਜਾਵੇ ਤਾਂ ਤੁਸੀਂ ਪਹਿਲਾਂ ਹੁਣ ਐਸਐਸਪੀ ਤੋਂ ਸੁਣੋ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਹੈ ਜਿਹੜਾ ਕੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਐਸਐਸਪੀ ਨਿਲੰਬਰੀ ਜਗਾਦਲੇ ਚੰਡੀਗੜ੍ਹ ਦੀ ਨੇ, ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਕਿਵੇਂ ਇਹ ਪੂਰੀ ਇਨਵੈਸਟੀਗੇਸ਼ਨ ਚੱਲੀ। गोली फायरिंग मामले में कितने लोग अभी तक अरेस्ट हुए? अगर तुम दोनों सेक्टर 33 और सेक्टर 9 की बात करें, अभी तक 5 लोग अरेस्ट हो चुके हैं और आज की प्रेस कॉन्फ्रेंस बुलाई गई है। जो अगली 3 अरेस्ट इस टाइम पे हुई है सेक्टर 33 फायरिंग इंसिडेंट में बाय टीम लेड बाय इंस्पेक्टर बलदेव सिंह, SHO पुलिस स्टेशन 34, in collaboration with Inspector Amanjot Singh, SHO Police Station 39. The entire operation is led by these 2 officers. ये पिछले 8-10 दिनों से जो पहले अक्यूज गिरफ्तार हुए उनकी इंटरोगेशन में लगे हुए थे और उनकी इंटरोगेशन से और जो इनका नेटवर्क है इन्फॉर्मर्स का, उससे जो इन्फॉर्मेशन मिली है उससे 3 लड़के अरेस्ट हुए हैं जिनका नाम साहब सिंह एलियस साहबा रहने वाला बनूड़ का है और शिवा रहने वाला मौली जागरा का और लकी रहने वाला कॉलोनी नंबर 4 इंडस्ट्रियल एरिया का है। हर एक से एक वेपन, एक से 9 mm का वेपन, बाकी दोनों से 32 बोर के वेपन समेत 2 मैगजीन्स और 14 कार्ट्रिजेस इस टाइम पे रिकवर हुए हैं।
ये ग्रुप सेक्टर 33 फायरिंग इंसिडेंट में जिन्होंने शूटिंग की है उनका इन्होंने एक्टिव सपोर्ट किया है, उस केस में एक्टिवली इन्वॉल्व थे। इन्होंने रेकी भी की थी, शूटर्स को पनाह भी दी थी, हर टाइप का लॉजिस्टिक्स, कार, टू व्हीलर्स वगैरह इन वारदात को अंजाम देने के लिए एज वेल एज शूटर्स को ठहर देने के लिए, पनाह देने में, इन सब चीजों में इन तीनों का रोल शामिल है। ਇਸ ਪੂਰੇ ਮਾਮਲੇ ਦੇ ਵਿੱਚ ਦੇਖੋ ਤਾਂ ਤੁਸੀਂ ਜਿਹੜਾ ਲਿੰਕ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹ ਹੈ ਲਾਰੈਂਸ ਬਿਸ਼ਨੋਈ ਦਾ। ਲਾਰੈਂਸ ਬਿਸ਼ਨੋਈ ਦੀ ਲਗਾਤਾਰ ਅਸੀਂ ਦੇਖਦੇ ਹਾਂ ਕਿ ਉਹਦਾ ਕੰਮ ਇਹ ਰਹਿੰਦਾ ਕਿ ਬੇਸ਼ੱਕ ਉਹ ਜੇਲ੍ਹ ਦੇ ਵਿੱਚ ਹੈ ਪਰ ਉਹਦਾ ਨੈਟਵਰਕ ਲਗਾਤਾਰ ਚੱਲਦਾ ਰਹਿੰਦਾ। ਬਾਹਰ ਜਿਹੜੇ ਗੁਰਗੇ ਨੇ ਚਾਹੇ ਕਿਸੇ ਨੂੰ ਮੌਤ ਦੇ ਘਾਟ ਉਤਾਰਨਾ ਜਾਂ ਪੂਰੇ ਨੈਟਵਰਕ ਨੂੰ ਚਲਾਉਣ ਦੇ ਵਾਸਤੇ ਜਦੋਂ ਪੈਸਾ ਚਾਹੀਦਾ ਹੁੰਦਾ ਫਿਰ ਲਾਰੈਂਸ ਬਿਸ਼ਨੋਈ ਦੇ ਅਲੱਗ-ਅਲੱਗ ਨੈਟਵਰਕ ਕੰਮ ਕਰਦੇ ਨੇ। ਦੀਪਕ ਬਨੂੜ ਜਿਸ ਨੂੰ ਕਿ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜੋ ਕਿ ਹਰਿਆਣਾ ਦੀ ਅੰਬਾਲਾ ਜੇਲ੍ਹ ਦੇ ਵਿੱਚ ਬੰਦ ਹੈ, उसके कोलों तमाम जानकारियां मिलियां कि आखिरकार वो संपर्क किवें करदा सी। उन्हें खुद मन्निया पुलिस कोले कि कई दिन पहला उहदे कोल मोबाइल फोन सीगा, यानी कि जेल दे विच ही मोबाइल फोन सी। इत्थों भी पता लगदा कि नैटवर्क किस तरह दे नाल इन्हां गैंगस्टर्स दे चलदे ने। उसने एक खास तौर ते दस्सिया कि जिहड़ी ये पूरी कॉलिंग हुंदी सी वो WhatsApp कॉल करदा सीगा ते सिम ने जिहड़े भी बरामद करे ने। हालांकि वो पूरी जानकारी नूं जुटाउण दे वास्ते पुलिस ने जिहड़ा फोरेंसिक एक्सपर्ट्स कोल ये फोन भेजे हैगे ने क्योंकि पुलिस दी कस्टडी च हैगे ने। सब तो वड्डी गल कि इस पूरे मामले दे विच मकसद की सी, शराब व्यापारी नूं गोली का निशाना बनाना अजे मकसद नहीं सी, बल्कि हो सकता है कि जिस तरह के नाल अंधाधुंध जिहड़ी फायरिंग की गई उहदे घर दे उत्ते तुसीं देखिया सीगा उस टाइम के दौरान कि किवें कारां छल्ली कीतीआं गईआं, गेट छल्ली कीते गए, बल्कि पूरी कोठी दे उत्ते फायरिंग की गई। उस तो बाद तीन जिहड़े आरोपी जिहड़े शूटर सीगे वो फरार ने, पुलिस उन्हां दी लगातार भाल कर रही है। पर उहदा मकसद ये सी कि शहर दे विच माहौल बेहद तनावपूर्ण बनाया जाए, एक दहशत का माहौल पैदा किया जाए ताकि लोग डरन। पैसा ताइयों दिंदा जद कोई पूर्ण रूप से डरदा है। उस टाइम के उत्ते शराब व्यापारी ने गल कही सी कि उन्हां दी किसी नाल दुश्मनी नहीं, किसी नाल कोई लागडाट नहीं हैगी। तो हुण ये गल सामने आती है कि पहला इसका मकसद शायद ये सीगा कि पहला धमकाया जाए, डराया जाए, पूर्ण रूप दे विच दिल दे विच जिहड़ी एक डर का माहौल पैदा किया जाए, फिर शायद अगे पैसे भी मंगे जा सकते सी। पुलिस हुण गिरफ्तार करने वास्ते तीनों आरोपियों की भाल दे विच लगी हुई है कि आखिर वो तीन लोग कित्थे लुके हुए ने। कई तरह की इन्वेस्टिगेशन पूरे पार्ट दे विच देखा जाए तो पुलिस ने कई पहलुओं को टटोलिया, वो पहलुओं को टटोलते हुए हुण किते ना किते कड़ियां जुड़दियां हुई नजर आ रही ने। अज SSP ने प्रखण इसलिए भी की कि कई दिनों तो मीडिया अलग अलग तरह की रिपोर्ट्स चला रहा सी, तो रिपोर्ट दे विच की असल चीज़ां हुण तक पुलिस कोल हैगियां ने, किन्हां दी अगे भाल जारी है, वो तमाम चीज़ां SSP ने साझियां कीतियां। कहा जा सकता है कि इस पूरे मकसद दे विच SSP ने यह गल भी स्पष्ट की कि हो सकता अगे पैसे मंगे जाते होण, पर असीं उन्हां नूं पहला ही जिहड़ा गिरफ्तार कर लिया। कह सकते हैं इस पूरे मामले में हुण किते ना किते पर्दा उठता हुआ नजर आ रहा है तो लारेंस बिश्नोई का हथ सामने आ रहा है। वीडियो जर्नलिस्ट कमल के नाम सुमित जोशी, डेली पोस्ट पंजाबी, चंडीगढ़।